ਕੰਚਨ ਆਊਟਲੁੱਕ। ਸਾਨੂੰ ਬੜੀ ਛੋਟੀ ਉਮਰ ਦੇ ਵਿੱਚ ਹੀ ਇਹ ਚੀਜ਼ ਸਿਖਾ ਦਿੱਤੀ ਜਾਂਦੀ ਹੈ ਕਿ ਜਦ ਅਸੀਂ ਮਰ ਜਾਂਦੇ ਹਾਂ ਤਾਂ ਧਰਮ ਰਾਜ ਸਾਡੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਕਰਦਾ ਹੈ। ਉਹਦੇ ਮੁਤਾਬਕ ਸਾਨੂੰ ਜਾਂ ਸਵਰਗਾਂ ਦੀ ਦਾਤ ਬਖਸ਼ਦਾ ਹੈ ਜਾਂ ਨਰਕਾਂ ਦੀ ਸਜ਼ਾ ਬਖਸ਼ਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 393ਵੇਂ ਅੰਗ 'ਤੇ ਵਿਰਾਜਮਾਨ ਇੱਕ ਸ਼ਬਦ ਦੇ ਰਾਹੀਂ ਗੁਰੂ ਅਰਜਨ ਸਾਹਿਬ ਸਾਨੂੰ ਇਸੇ ਸੰਦਰਭ ਦੇ ਵਿੱਚ ਇੱਕ ਨਵੀਂ ਗੱਲ ਦੱਸਦੇ ਹਨ। ਉਹ ਗੱਲ ਇਹ ਹੈ ਕਿ ਜੋ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਹਨ ਉਹਨਾਂ ਦੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਨਹੀਂ ਕੀਤਾ ਜਾਂਦਾ। ਕਰਮਾਂ ਦਾ ਲੇਖਾ ਜੋਖਾ ਕੀ ਹੈ ਇਹ ਅਸੀਂ ਕਾਫੀ ਸਮਾਂ ਪਹਿਲਾਂ ਇੱਕ ਵੀਡੀਓ ਦੇ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਸੀ। ਉਸ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮੌਜੂਦ ਹੈ। ਤੁਹਾਡੇ ਪਿਛਲੇ ਜਨਮ ਤੁਹਾਡੇ ਇਸ ਜਨਮ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ਇਹ ਵਾਲੀ ਵੀਡੀਓ ਦੀ ਅਸੀਂ ਗੱਲ ਕਰਦੇ ਪਏ ਹਾਂ, ਤੁਸੀਂ ਵੇਖ ਸਕਦੇ ਹੋ। ਜੋ ਪ੍ਰਮਾਤਮਾ ਦੇ ਭਗਤ ਹਨ ਉਹਨਾਂ ਦੇ ਕਰਮਾਂ ਦਾ ਲੇਖਾ ਜੋਖਾ ਕਿਉਂ ਨਹੀਂ ਹੁੰਦਾ ਇਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ। ਜੇਕਰ ਪਿਛਲੇ ਜਨਮਾਂ ਦੇ ਲੇਖੇ ਜੋਖੇ ਵਾਲੀ ਵੀਡੀਓ ਤੁਸੀਂ ਨਹੀਂ ਵੇਖੀ ਹੋਈ ਹੈ ਤੇ ਅਸੀਂ ਸੁਝਾਅ ਦੇਵਾਂਗੇ ਕਿ ਇੱਕ ਵਾਰ ਜ਼ਰੂਰ ਵੇਖੋ। ਅੱਜ ਦੀ ਗੁਰਬਾਣੀ ਦੀ ਵਿਆਖਿਆ ਨੂੰ ਸਮਝਣ ਦੇ ਵਿੱਚ ਉਹ ਵੀਡੀਓ ਤੁਹਾਡੇ ਲਈ ਮਦਦਗਾਰ ਸਾਬਿਤ ਹੋਵੇਗੀ। ਇਹ ਜਾਣਨ ਦੇ ਲਈ ਕਿ ਪ੍ਰਮਾਤਮਾ ਦੇ ਭਗਤਾਂ ਦੇ ਕਰਮਾਂ ਦਾ ਲੇਖਾ ਜੋਖਾ ਕਿਉਂ ਨਹੀਂ ਹੁੰਦਾ ਇਹ ਜਾਣਨਾ ਜ਼ਰੂਰੀ ਹੈ ਕਿ ਅਸਲ ਦੇ ਵਿੱਚ ਇਹ ਲੇਖਾ ਜੋਖਾ ਹੁੰਦਾ ਕੀ ਹੈ। ਸੋ ਕੋਸ਼ਿਸ਼ ਕਰਿਓ ਜੇ ਤੁਸੀਂ ਉਹ ਵਾਲੀ ਵੀਡੀਓ ਪਹਿਲਾਂ ਵੇਖ ਸਕੋ ਤਾਂ। ਹੁਣ ਆਪਾਂ ਅੱਜ ਦੇ ਅੰਗ ਦੀ ਬਾਣੀ ਦੀ ਵਿਆਖਿਆ ਦੀ ਸ਼ੁਰੂਆਤ ਕਰਦੇ ਹਾਂ। ਆਸਾ ਮਹਿਲਾ ਪੰਜਵਾਂ। ਸਗਲ ਸੂਖ ਜਪ ਏਕੈ ਨਾਮ, ਸਗਲ ਧਰਮ ਹਰ ਕੇ ਗੁਣ ਗਾਮ। ਮਹਾ ਪਵਿੱਤਰ ਸਾਧਕਾ ਸੰਗ, ਜਿਸ ਭੇਟਤ ਲਾਗੈ ਪ੍ਰਭ ਰੰਗ। ਹੇ ਭਾਈ, ਗੁਰੂ ਦੀ ਸੰਗਤ ਬਹੁਤ ਪਵਿੱਤਰ ਕਰਨ ਵਾਲੀ ਹੈ, ਪਵਿੱਤਰਤਾ ਬਖਸ਼ਣ ਵਾਲੀ ਹੈ। ਗੁਰੂ ਨੂੰ ਮਿਲਿਆਂ ਪ੍ਰਮਾਤਮਾ ਦੇ ਪ੍ਰਤੀ ਪ੍ਰੇਮ ਸਾਡੇ ਹਿਰਦੇ ਦੇ ਵਿੱਚ ਪੈਦਾ ਹੋ ਜਾਂਦਾ ਹੈ। ਗੁਰੂ ਦੀ ਸੰਗਤ ਦੇ ਵਿੱਚ ਰਹਿ ਕੇ ਜਦ ਅਸੀਂ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਤਾਂ ਸਗਲ ਸੂਖ, ਸਾਰੇ ਹੀ ਸੁੱਖ ਅਸੀਂ ਪ੍ਰਾਪਤ ਕਰ ਲੈਂਦੇ ਹਾਂ। ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਵਿੱਚ ਹੀ ਸਾਰੇ ਹੀ ਧਰਮ ਆ ਜਾਂਦੇ ਨੇ। ਧਰਮ ਆ ਜਾਣ ਤੋਂ ਭਾਵ ਸਾਰੇ ਹੀ ਧਾਰਮਿਕ ਕਾਰਜ ਆ ਜਾਂਦੇ ਨੇ। ਜਿੰਨੇ ਵੀ ਮਿੱਥੇ ਹੋਏ ਧਾਰਮਿਕ ਕਾਰਜ ਜਿੰਨੇ ਵੀ ਧਰਮਾਂ ਦੇ ਹਨ ਉਹ ਸਾਰੇ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਵਿੱਚ ਹੀ ਆ ਜਾਂਦੇ ਨੇ। ਗੁਰ ਪ੍ਰਸਾਦ ਓਏ ਆਨੰਦ ਪਾਵੈ, ਜਿਸ ਸਿਮਰਤ ਮਨ ਹੋਏ ਪ੍ਰਗਾਸਾ। ਤਾਂ ਕਿ ਗਤਮਿਤ ਕਹਿਨ ਨਾ ਜਾਵੈ ਰਹਾਉ। ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਨਾਮ ਸਿਮਰਿਆ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਹੈ। ਉਸ ਦੀ ਆਤਮਿਕ ਅਵਸਥਾ ਇੰਨੀ ਕੁ ਉੱਚੀ ਤੇ ਇਸ ਪ੍ਰਕਾਰ ਦੀ ਹੋ ਜਾਂਦੀ ਹੈ ਕਿ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹਦਾ ਆਤਮਿਕ ਵਡੱਪਣ ਦੱਸਿਆ ਨਹੀਂ ਜਾ ਸਕਦਾ। ਉਹ ਮਨੁੱਖ ਅਨੇਕਾਂ ਹੀ ਪ੍ਰਕਾਰ ਦੇ ਆਨੰਦ ਮਾਣਦਾ ਹੈ। ਵਰਤ ਨੇਮ ਮਜਨ ਤਿਸ ਪੂਜਾ, ਵੇਦ ਪੁਰਾਨ ਤਿਨ ਸਿਮਰਤ ਸੁਨੀਜਾ। ਮਹਾ ਪੁਨੀਤ ਜਾ ਕਾ ਨਿਰਮਲ ਥਾਨ, ਸਾਧ ਸੰਗਤ ਜਾ ਕਾ ਹਰ ਹਰ ਨਾਮ। ਗੁਰੂ ਦੀ ਸੰਗਤ ਦੀ ਬਰਕਤ ਨਾਲ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਆ ਵਸਦਾ ਹੈ, ਪ੍ਰਮਾਤਮਾ ਦਾ ਨਾਮ ਵਸ ਜਾਂਦਾ ਹੈ। ਨਾਮ ਸਿਮਰਨ ਦੀ ਲਾਗ ਜਿਸ ਮਨੁੱਖ ਨੂੰ ਲੱਗ ਜਾਂਦੀ ਹੈ ਉਹਦਾ ਹਿਰਦਾ ਥਾਂ ਬੜਾ ਹੀ ਪਵਿੱਤਰ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ। ਪ੍ਰਮਾਤਮਾ ਦੇ ਨਾਲ ਪ੍ਰੀਤ ਪਾ ਲੈਣ ਦੇ ਵਿੱਚ ਹੀ ਉਹਦੇ ਲਈ ਮੰਨੋ ਸਾਰੇ ਹੀ ਵਰਤ ਨੇਮ ਤੀਰਥ ਇਸ਼ਨਾਨ ਸਾਰੇ ਪ੍ਰਕਾਰ ਦੀਆਂ ਪੂਜਾ ਅਰਚਨਾ ਸਾਰੇ ਹੀ ਵੇਦ ਪੁਰਾਣ ਸਮਿਰਤੀਆਂ ਦੇ ਪਾਠ ਸਭ ਕੁਝ ਹੀ ਹੋ ਜਾਂਦਾ ਹੈ ਉਹਦੇ ਲਈ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਤੇ ਪ੍ਰਮਾਤਮਾ ਦਾ ਨਾਮ ਆ ਵਸੇ। ਪ੍ਰਗਟਿਓ ਸੋ ਜਨ ਸਗਲੇ ਭਵਨ, ਪਤਿਤ ਪੁਨੀਤ ਤਾਂ ਕੀ ਪਗ ਰੇਨ। ਜਾ ਕੋ ਭੇਟਿਓ ਹਰ ਹਰ ਰਾਏ, ਤਾਂ ਕੀ ਗਤਮਿਤ ਕਥਨ ਨਾ ਜਾਏ। ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਪ੍ਰਭੂ ਪਾਤਸ਼ਾਹ ਮਿਲ ਪੈਂਦਾ ਹੈ ਉਸ ਮਨੁੱਖ ਦੀ ਉੱਚੀ ਆਤਮਿਕ ਅਵਸਥਾ, ਉਸ ਮਨੁੱਖ ਦਾ ਆਤਮਿਕ ਵਡੱਪਣ ਬਿਆਨ ਤੋਂ ਪਰੇ ਹੋ ਜਾਂਦਾ, ਉਹਨੂੰ ਬਿਆਨ ਨਹੀਂ ਕਰ ਸਕਦੇ ਅਸੀਂ। ਉਸ ਮਨੁੱਖ ਦੇ ਚਰਨਾਂ ਦੀ ਧੂੜ ਵੀ ਅਨੇਕਾਂ ਹੀ ਡਿੱਗੇ ਹੋਏ ਬੰਦਿਆਂ ਨੂੰ
ਪਵਿੱਤਰ ਕਰਨ ਦੀ ਸਮਰੱਥਾ ਰੱਖਦੀ ਹੈ। ਉਹ ਮਨੁੱਖ ਸੁਭਾਵਿਕ ਹੀ ਸਾਰੇ ਭਵਨਾਂ ਦੇ ਵਿੱਚ ਉੱਘਾ ਹੋ ਜਾਂਦਾ ਹੈ, ਮਸ਼ਹੂਰ ਹੋ ਜਾਂਦਾ ਹੈ। ਆਠ ਪਹਰ ਕਰ ਜੋੜ ਧਿਆਵੋ, ਉਨ ਸਾਧਾਂ ਕਾ ਦਰਸ਼ਨ ਪਾਵੋ। ਮੋਹੇ ਗਰੀਬ ਕੋ ਲੇਹੋ ਰਲਾਏ, ਨਾਨਕ ਆਏ ਪਏ ਸ਼ਰਨਾਏ। हे ਨਾਨਕ ਆਖ ਕੇ, हे ਪ੍ਰਭੂ, ਜਿਹੜੇ ਗੁਰਮੁਖ ਗੁਰੂ ਦੀ ਕਿਰਪਾ ਨਾਲ ਤੇਰੀ ਸ਼ਰਨ ਆ ਪਏ ਹਨ, ਮੈਨੂੰ ਗਰੀਬ ਨੂੰ ਉਹਨਾਂ ਦੀ ਸੰਗਤ ਵਿੱਚ ਰਲਾ ਦੇ, ਤਾਂ ਕਿ ਮੈਂ ਉਹਨਾਂ ਦਾ ਦਰਸ਼ਨ ਕਰਦਾ ਰਹਾਂ ਤੇ ਅੱਠੇ ਪਹਿਰ ਦੋਵੇਂ ਹੱਥ ਜੋੜ ਕੇ ਤੇਰਾ ਧਿਆਨ ਧਰਦਾ ਰਹਾਂ। ਆਸਾ ਮਹਿਲਾ ਪੰਜਵਾਂ। ਆਠ ਪਹਿਰ ਉਦਕ ਇਸ਼ਨਾਨੀ, ਸਦ ਹੀ ਭੋਗ ਲਗਾਏ ਸੁਗਿਆਨੀ। ਬਿਰਥਾ ਕਾਹੂ ਛੋੜੈ ਨਾਹੀ, ਬਹੁਰ ਬਹੁਰ ਤਿਸ ਲਾਗੈ ਪਾਈ। ਸਾਲ ਗਿਰਾਮ ਹਮਾਰਾ ਸੇਵਾ, ਪੂਜਾ ਅਰਚਾ ਬੰਧਨ ਦੇਵਾ। ਰਹਾਉ। ਰਹਾਉ ਵਾਲੀਆਂ ਪੰਕਤੀਆਂ ਦੀ ਵਿਆਖਿਆ ਆਪਾਂ ਪਹਿਲਾਂ ਕਰਦੇ ਹਾਂ। ਨੇਪਾਲ ਦੇ ਦੱਖਣ ਵਿੱਚ ਗੰਡਕਾ ਨਾਮ ਦੀ ਇੱਕ ਨਦੀ ਵਗਦੀ ਹੈ। ਉਸ ਨਦੀ ਦੇ ਕੰਢੇ ਤੇ ਵਸਦਾ ਹੈ ਪਿੰਡ ਸਾਲਗ੍ਰਾਮ। ਉਸ ਪਿੰਡ ਦੇ ਨੇੜਿਓਂ ਧਾਰੀਦਾਰ ਤੇ ਗੋਲ ਛੋਟੇ ਛੋਟੇ ਪੱਥਰ ਨਿਕਲਦੇ ਨੇ। ਉਹਨਾਂ ਪੱਥਰਾਂ ਨੂੰ ਵਿਸ਼ਨੂੰ ਦੀ ਮੂਰਤੀ ਮੰਨਿਆ ਜਾਂਦਾ ਹੈ। ਉਹਨਾਂ ਪੱਥਰਾਂ ਦੇ ਨਾਮ ਤੇ ਹੀ ਉਸ ਪਿੰਡ ਦਾ ਨਾਮ ਸਾਲਗ੍ਰਾਮ ਰੱਖਿਆ ਗਿਆ ਹੈ। ਸੋ ਇਸ ਸ਼ਬਦ ਦੇ ਵਿੱਚ ਜਿੱਥੇ ਸਾਲਗ੍ਰਾਮ ਆਉਂਦਾ ਹੈ, ਉਹ ਤੋਂ ਭਾਵ ਹੈ ਪਰਮਾਤਮਾ, ਹਰੀ, ਜਾਂ ਕਹਿ ਲਈਏ ਕਿ ਪਰਮਾਤਮਾ ਰੂਪੀ ਦੇਵਤਾ। ਗੁਰੂ ਸਾਹਿਬ ਕਹਿੰਦੇ, ਸਾਲਗ੍ਰਾਮ ਹਮਾਰਾ ਸੇਵਾ, ਪੂਜਾ ਅਰਚਾ ਬੰਧਨ ਦੇਵਾ। ਰਹਾਉ। ਹੇ ਪੰਡਤ, ਪਰਮਾਤਮਾ ਦੇਵ ਦੀ ਸੇਵਾ ਭਗਤੀ ਹੀ ਸਾਡੇ ਘਰ ਵਿੱਚ ਸਾਲਗ੍ਰਾਮ ਦੀ ਪੂਜਾ ਹੈ। ਲੋਕ ਉਹਨਾਂ ਪੱਥਰਾਂ ਦੀ ਪੂਜਾ ਕਰਦੇ ਨੇ। ਪੰਡਤ ਨੂੰ ਸੰਬੋਧਨ ਕਰਦੇ ਹੋਏ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਅਸੀਂ ਤੇ ਉਸ ਪਰਮਾਤਮਾ ਦੀ ਪੂਜਾ ਕਰਦੇ ਹਾਂ। ਸਾਡੇ ਲਈ ਤੇ ਉਹ ਪਰਮਾਤਮਾ ਹੀ ਸਾਲਗ੍ਰਾਮ ਹੈ, ਤੇ ਉਸ ਪਰਮਾਤਮਾ ਦੀ ਪੂਜਾ ਵੀ ਅਸੀਂ ਤੁਹਾਡੇ ਵਾਂਗ ਨਹੀਂ ਕਰਦੇ। ਅਸੀਂ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹਾਂ। ਉਹ ਨਾਮ ਸਿਮਰਨ ਹੀ ਸਾਡੇ ਲਈ ਪੂਜਾ ਹੈ, ਸੁਗੰਧੀ ਭੇਂਟ ਹੈ ਤੇ ਨਮਸਕਾਰ ਹੈ। ਆਠ ਪਹਿਰ ਉਦਕ ਇਸ਼ਨਾਨੀ, ਸਦ ਹੀ ਭੋਗ ਲਗਾਏ ਸੁਗਿਆਨੀ। ਹੁਣ ਉਹਨਾਂ ਪੱਥਰਾਂ ਦੀ ਪੂਜਾ ਦੇ ਤੌਰ ਤਰੀਕੇ ਨੇ। ਉਹਨਾਂ ਦੇ ਵਿੱਚੋਂ ਇੱਕ ਇਹ ਹੈ ਕਿ ਉਹਨਾਂ ਪੱਥਰਾਂ ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ। ਦੂਜਾ ਇਹ ਹੈ ਕਿ ਉਹਨਾਂ ਪੱਥਰਾਂ ਨੂੰ ਭੋਗ ਲਗਾਇਆ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਕਿ ਉਹ ਪਰਮਾਤਮਾ ਜਲਾਂ ਤੇ ਥਲਾਂ ਦੋਹਾਂ ਦੇ ਵਿੱਚ ਹੀ ਹਰ ਥਾਂ ਮੌਜੂਦ ਹੈ। ਉਹਨੂੰ ਇਸ਼ਨਾਨ ਕਰਵਾਉਣ ਦੀ ਲੋੜ ਨਹੀਂ ਪੈਂਦੀ। ਉਹ ਤੇ ਵਸ ਹੀ ਜਲ ਦੇ ਵਿੱਚ ਰਿਹਾ, ਉਹ ਤੇ ਅੱਠੇ ਪਹਿਰ ਹੀ ਇਸ਼ਨਾਨ ਕਰ ਰਿਹਾ। ਤੇ ਦੂਜੀ ਗੱਲ, ਉਹ ਤੇ ਸ੍ਰਿਸ਼ਟੀ ਦੇ ਹਰ ਇੱਕ ਜੀਵ ਦੇ ਅੰਦਰ ਵਸਦਾ ਹੈ। ਜਦੋਂ ਜੀਵ ਖਾਣਾ ਖਾਂਦਾ ਤੇ ਪ੍ਰਮਾਤਮਾ ਨੂੰ ਵੀ ਆਪਣੇ ਆਪ ਹੀ ਮਿਲ ਜਾਂਦਾ ਹੈ। ਸਾਰੇ ਜੀਵਾਂ ਦੇ ਅੰਦਰ ਵਸ ਕੇ ਉਹ ਪ੍ਰਮਾਤਮਾ ਆਪਣਾ ਭੋਜਨ ਆਪ ਹੀ ਛਕ ਰਿਹਾ ਹੈ। ਉਹ ਸਭ ਦੇ ਦਿਲ ਦੀ ਜਾਣਨ ਵਾਲਾ ਸੁਗਿਆਨੀ ਹੈ। ਸੁਗਿਆਨੀ ਸ਼ਬਦ ਦੇ ਨਾਲ ਉਸ ਪਰਮਾਤਮਾ ਨੂੰ ਸੰਬੋਧਨ ਕੀਤਾ ਗਿਆ। ਸੋ ਉਸ ਪਰਮਾਤਮਾ ਦੇ ਲਈ ਸਾਨੂੰ ਖਾਸ ਤੌਰ ਤੇ ਕੋਈ ਵਸਤੂ ਮਿੱਥ ਕੇ ਉਹਨੂੰ ਇਸ਼ਨਾਨ ਕਰਾਉਣ ਦੀ ਜਾਂ ਉਹਨੂੰ ਭੋਗ ਲਾਉਣ ਦੀ ਲੋੜ ਨਹੀਂ। ਇਹ ਸਮਝੀਏ ਇਸ ਗੱਲ ਨੂੰ। ਬਿਰਥਾ ਕਾਹੂ ਛੋੜੈ ਨਾਹੀ, ਬਹੁਰ ਬਹੁਰ ਤਿਸ ਲਾਗੈ ਪਾਈ। ਹੇ ਪੰਡਤ, ਅਸੀਂ ਉਸ ਪਰਮਾਤਮਾ ਦੇ ਪੈਰੀ ਮੁੜ ਮੁੜ ਲੱਗਦੇ ਹਾਂ, ਕਿਉਂਕਿ ਉਹ ਕਿਸੇ ਦੀ ਵੀ ਦਰਦ ਪੀੜਾ ਰਹਿਣ ਨਹੀਂ ਦਿੰਦਾ। ਘੰਟਾ ਜਾਕਾ ਸੁਨੀਐ ਚੌਕੁੰਟ, ਆਸਨ ਜਾਕਾ ਸਦਾ ਬੈਕੁੰਠ। ਜਾਕਾ ਚਵਰ ਸਭ ਉੱਪਰ ਝੁੱਲੈ, ਤਾਕਾ ਧੂਪ ਸਦਾ ਪ੍ਰਫੁੱਲੈ। ਕੁਝ ਹੋਰ ਵਿਧੀਆਂ। ਮੰਦਰਾਂ ਦੇ ਵਿੱਚ ਪੱਥਰ ਦੀ ਮੂਰਤੀ ਨੂੰ ਸਥਾਪਿਤ ਕਰਕੇ ਇੱਕ ਘੰਟਾ ਲਗਾ ਦਿੱਤਾ ਜਾਂਦਾ ਹੈ, ਜਿਹੜਾ ਵਜਾਇਆ ਜਾਂਦਾ ਹੈ। ਬੈਕੁੰਠ ਭਾਵ ਸਵਰਗ, ਜਾਣੀ ਕਿ ਵਿਸ਼ਨੂੰ ਦਾ ਨਿਵਾਸ ਸਥਾਨ। ਇਹ ਮੰਨਿਆ ਜਾਂਦਾ ਹੈ ਕਿ ਵਿਸ਼ਨੂੰ ਬੈਕੁੰਠ ਦੇ ਵਿੱਚ ਨਿਵਾਸ ਕਰਦਾ ਹੈ। ਚੌਰ ਸਾਹਿਬ ਦੀ ਰਸਮ ਸਿੱਖ ਧਰਮ ਦੇ ਵਿੱਚ ਵੀ ਪ੍ਰਚਲਿਤ ਹੈ। ਸੋ ਅਸੀਂ ਜਾਣਦੇ ਹਾਂ ਕਿ ਚੌਰ ਤੋਂ ਕੀ ਭਾਵ ਹੈ। ਧੂਪ ਜਾਣੀ ਕਿ ਧੂਪ ਬੱਤੀ, ਸੁਗੰਧੀ, ਜਿਹੜੀ ਕਿ ਪੱਥਰ ਦੀਆਂ ਉਹਨਾਂ ਮੂਰਤੀਆਂ ਨੂੰ ਭੇਂਟ ਕੀਤੀ ਜਾਂਦੀ ਹੈ। ਸੋ ਇਹ ਚਾਰ ਅਲੱਗ-ਅਲੱਗ ਵਿਧੀਆਂ ਨੇ, ਜਾਂ ਕਹਿ ਲਈਏ ਕਿ ਚਾਰ ਅਲੱਗ-ਅਲੱਗ ਸੋਚਾਂ ਨੇ। ਗੁਰੂ ਸਾਹਿਬ ਕਹਿੰਦੇ ਕਿ ਇਹਨਾਂ ਚਾਰਾਂ ਦੇ ਹੀ ਬਰਾਬਰ ਦੀਆਂ ਸਾਡੀਆਂ ਵੀ ਸੋਚਾਂ ਨੇ। ਅਸੀਂ ਕੀ ਮੰਨਦੇ ਹਾਂ ਹੁਣ ਉਹ ਜਾਣੋ। ਘੰਟਾ ਜਾਕਾ ਸੁਨੀਐ ਚੌਕੁੰਟ।
ਤੁਸੀਂ ਤੇ ਮੰਦਰ ਦੇ ਵਿੱਚ ਘੰਟਾ ਲਗਾਇਆ ਹੈ, ਉਸ ਪ੍ਰਮਾਤਮਾ ਦੀ ਰਜ਼ਾ ਦਾ ਘੰਟਾ ਤੇ ਚਾਰੇ ਕੋਨਿਆਂ ਦੇ ਵਿੱਚ ਵੱਜ ਰਿਹਾ ਹੈ। ਆਸਨ ਜਾਕਾ ਸਦਾ ਬੈਕੁੰਠ, ਜਿੱਥੇ ਵੀ ਸਾਧ ਸੰਗਤ ਹੈ, ਜਿੱਥੇ ਚਾਰ ਲੋਕ ਜੁੜ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ ਰਹੇ ਨੇ, ਉਹੀ ਬੈਕੁੰਠ ਹੈ, ਉਹੀ ਸਵਰਗ ਹੈ, ਉਹੀ ਪਰਮਾਤਮਾ ਦਾ ਨਿਵਾਸ ਸਥਾਨ ਹੈ। ਜਾਕਾ ਚਵਰ ਸਭ ਉੱਪਰ ਝੁੱਲੈ, ਕਹਿੰਦੇ ਤੁਸੀਂ ਉਸ ਪਰਮਾਤਮਾ ਨੂੰ ਕੀ ਚਵਰ ਝੁਲਾਓਗੇ, ਕੀ ਚੌਰ ਝੁਲਾਓਗੇ? ਉਸ ਪਰਮਾਤਮਾ ਦਾ ਚੌਰ ਤੇ ਸਾਰਿਆਂ ਦੇ ਉੱਪਰ ਝੁੱਲਦਾ ਹੈ। ਇਹ ਹਵਾ ਜੋ ਵਗਦੀ ਹੈ, ਇਹ ਪਰਮਾਤਮਾ ਦਾ ਚੌਰ ਹੀ ਤਾਂ ਹੈ, ਜੋ ਸਾਡੇ ਸਭਨਾਂ ਦੇ ਉੱਪਰ, ਸਾਰੀ ਸ੍ਰਿਸ਼ਟੀ ਦੇ ਉੱਪਰ ਝੁੱਲ ਰਿਹਾ ਹੈ। ਤਾਂ ਕਾ ਧੂਪ ਸਦਾ ਪ੍ਰਫੁੱਲ ਹੈ। ਤੁਸੀਂ ਉਸ ਪਰਮਾਤਮਾ ਨੂੰ ਕੀ ਸੁਗੰਧੀ ਦਿਓਗੇ? ਉਸ ਪਰਮਾਤਮਾ ਦੇ ਬਣਾਏ ਹੋਏ ਅਨੇਕਾਂ ਹੀ ਫੁੱਲ ਹਰ ਵਕਤ ਉਸ ਪਰਮਾਤਮਾ ਨੂੰ ਸੁਗੰਧੀਆਂ ਵੰਡ ਰਹੇ ਨੇ। ਬਿਨਾਂ ਕਿਸੇ ਦੀਆਂ ਵੀ ਵਿਧੀਆਂ ਨੂੰ ਮਾੜਾ ਕਿਹਾ, ਕਿਸੇ ਦੀਆਂ ਵਿਧੀਆਂ ਦੇ ਵਿੱਚ ਬਿਨਾਂ ਕੋਈ ਨੁਕਸ ਕੱਢਿਆ, ਗੁਰੂ ਸਾਹਿਬ ਨੇ ਬੜੇ ਹੀ ਖੂਬਸੂਰਤ ਢੰਗ ਦੇ ਨਾਲ ਇੱਕ ਸੱਚਾਈ ਨੂੰ, ਉਸ ਪਰਮਾਤਮਾ ਦੀ ਵਡਮੁੱਲਤਾ ਨੂੰ ਬਿਆਨ ਕੀਤਾ ਹੈ। ਘਟ ਘਟ ਸੰਪਟ ਹੈ ਰੇ ਜਾਕਾ, ਅਭਾਗ ਸਭਾ ਸੰਗ ਹੈ ਸਾਧਾ, ਆਰਤੀ ਕੀਰਤਨ ਸਦਾ ਆਨੰਦ, ਮਹਿਮਾ ਸੁੰਦਰ ਸਦਾ ਬੇਅੰਤ। ਉਹ ਪਰਮਾਤਮਾ ਹਰੇਕ ਸਰੀਰ ਵਿੱਚ ਵਸ ਰਿਹਾ ਹੈ। ਹਰੇਕ ਸਰੀਰ ਦਾ, ਹਰੇਕ ਹਿਰਦਾ ਹੀ ਉਹ ਡੱਬਾ ਹੈ ਜਿਹਦੇ ਵਿੱਚ ਠਾਕੁਰ ਰੱਖੇ ਜਾਂਦੇ ਨੇ। ਉਸ ਪਰਮਾਤਮਾ ਦੀ ਸੰਤ ਸਭਾ ਕਦੇ ਵੀ ਮੁੱਕਣ ਵਾਲੀ ਨਹੀਂ। ਸਾਧ ਸੰਗਤ ਵਿੱਚ ਉਹ ਹਰ ਵੇਲੇ ਵਸਦਾ ਹੈ। ਜਿੱਥੇ ਵੀ ਉਸ ਪਰਮਾਤਮਾ ਦੀ ਸਿਫਤ ਸਲਾਹ ਹੋ ਰਹੀ ਹੈ, ਆਨੰਦ ਦੇਣ ਵਾਲੀ ਸਿਫਤ ਸਲਾਹ, ਕਿਉਂਕਿ ਜਿੱਥੇ ਵੀ ਪਰਮਾਤਮਾ ਦੀ ਸਿਫਤ ਸਲਾਹ ਹੋਏਗੀ, ਉਹ ਮਾਹੌਲ ਆਨੰਦਮਈ ਹੀ ਹੋਏਗਾ। ਉਹ ਸਿਫਤ ਸਲਾਹ ਹੀ ਉਸ ਪਰਮਾਤਮਾ ਦੀ ਆਰਤੀ ਹੈ। ਉਸ ਬੇਅੰਤ ਤੇ ਸੁੰਦਰ ਹਰੀ ਸਾਲਗਿਰਾਮ ਦੀ ਤੇ ਸਦਾ ਹੀ ਮਹਿਮਾ ਹੋ ਰਹੀ ਹੈ। ਜਿਸ ਹੈ ਪ੍ਰਾਪਤ ਤਿਸ ਹੀ ਲੈਣਾ, ਸੰਤ ਚਰਨ ਉਹ ਆਇਓ ਸ਼ਰਨਾ, ਹਾਥ ਚੜਿਓ ਹਰੀ ਸਾਲਗਿਰਾਮ, ਕਉ ਨਾਨਕ ਗੁਰ ਕੀਨੋ ਦਾਨ। ਪਰ ਹੇ ਪੰਡਤ, ਜਿਸ ਮਨੁੱਖ ਦੇ ਭਾਗਾਂ ਵਿੱਚ ਉਸ ਪਰਮਾਤਮਾ ਦੀ ਪ੍ਰਾਪਤੀ ਲਿਖੀ ਹੈ, ਉਸੇ ਨੂੰ ਹੀ ਉਹ ਮਿਲਦਾ ਹੈ। ਉਹ ਮਨੁੱਖ ਸੰਤਾਂ ਦੀ ਚਰਨੀ ਲੱਗਦਾ ਹੈ, ਸੰਤਾਂ ਦੀ ਸ਼ਰਨ ਪਿਆ ਰਹਿੰਦਾ ਹੈ। ਇਹ ਨਾਨਕ ਆਖ, ਜਿਸ ਮਨੁੱਖ ਨੂੰ ਗੁਰੂ ਨੇ ਨਾਮ ਦੀ ਦਾਤ ਬਖਸ਼ੀ, ਉਸ ਨੂੰ ਅਸਲੀ ਹਰ ਸਾਲਗਿਰਾਮ ਮਿਲ ਪੈਂਦਾ ਹੈ। ਆਸਾ ਮਹਿਲਾ ਪੰਜਵਾਂ ਪੰਚਪਦਾ, ਜੇ ਪੈਂਡੈ ਲੂਟੀ ਪਨਹਾਰੀ, ਸੋ ਮਾਰਗ ਸੰਤਨ ਦੁਰਾਰੀ। ਪਨਹਾਰੀ ਤੋਂ ਭਾਵ ਪਾਣੀ ਭਰਨ ਵਾਲੀ, ਤੇ ਇੱਥੇ ਪਨਹਾਰੀ ਸ਼ਬਦ ਤੋਂ ਭਾਵ ਹੈ ਕਾਮ ਆਦਿਕ ਵਿਕਾਰਾਂ ਦਾ ਪਾਣੀ ਭਰਨ ਵਾਲੀ, ਵਿਕਾਰਾਂ ਦੇ ਵਿੱਚ ਫਸੀ ਹੋਈ ਜੀਵ ਇਸਤਰੀ। ਗੁਰੂ ਸਾਹਿਬ ਕਹਿੰਦੇ, ਜਿਹੜੇ ਰਸਤੇ ਤੇ, ਜਿਹੜੇ ਜੀਵਨ ਰਸਤੇ ਤੇ ਵਿਕਾਰਾਂ ਦੇ ਵਿੱਚ ਫਸੀ ਹੋਈ ਜੀਵ ਇਸਤਰੀ ਲੁੱਟੀ ਜਾ ਰਹੀ ਹੈ, ਉਹਦੀ ਆਤਮਿਕ ਰਾਸ ਪੂੰਜੀ ਲੁੱਟੀ ਜਾ ਰਹੀ ਹੈ, ਉਹ ਰਸਤਾ ਸੰਤ ਜਨਾਂ ਤੋਂ ਦੁਰੇਡਾ ਰਹਿ ਜਾਂਦਾ ਹੈ, ਦੂਰ ਰਹਿ ਜਾਂਦਾ ਹੈ। ਸੰਤ ਜਨ ਉਸ ਰਸਤੇ ਦੇ ਨੇੜੇ ਵੀ ਨਹੀਂ ਟੁਕਦੇ। ਸਤਿਗੁਰ ਪੂਰੈ ਸੱਚ ਕਹਿਆ, ਨਾਮ ਤੇਰੇ ਕੀ ਮੁਕਤੇ ਬਿਥੀ, ਜਮ ਕਾ ਮਾਰਗ ਦੂਰ ਰਹਿਆ ਰਹਾਉ। ਮੁਕਤੇ ਬੀਥੀ ਤੋਂ ਭਾਵ ਖੁੱਲੀ ਗਲੀ। हे ਪ੍ਰਭੂ, ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਤੇਰਾ ਸਦਾ ਥਿਰ ਨਾਮ ਉਪਦੇਸ਼ ਦੇ ਦਿੱਤਾ, ਜਮਦੂਤਾਂ ਵਾਲਾ, ਆਤਮਕ ਮੌਤ ਵਾਲਾ ਰਸਤਾ ਉਸ ਮਨੁੱਖ ਤੋਂ ਦੂਰ ਪਰੇ ਰਹਿ ਜਾਂਦਾ ਹੈ। ਤੇਰੇ ਨਾਮ ਦੀ ਬਰਕਤ ਦੇ ਨਾਲ ਜੀਵਨ ਸਫਰ ਦੇ ਵਿੱਚ ਉਹਨੂੰ ਖੁੱਲਾ ਰਸਤਾ ਮਿਲ ਪੈਂਦਾ ਹੈ। ਖੁੱਲਾ ਰਸਤਾ ਇੰਜ ਕਿਉਂਕਿ ਉਹਦੇ ਜੀਵਨ ਦੇ ਵਿੱਚ ਕੋਈ ਅੜਚਣ ਨਹੀਂ ਆਉਂਦੀ। ਸਰੀਰਕ ਤੌਰ ਤੇ ਅੜਚਣਾਂ ਜ਼ਰੂਰ ਆਉਂਦੀਆਂ ਨੇ, ਮਾਨਸਿਕ ਤੌਰ ਤੇ ਕੋਈ ਵੀ ਅੜਚਣ ਉਹਨੂੰ ਅੜਚਣ ਲੱਗਦੀ ਨਹੀਂ। ਜਾਂ ਲਾਲਚ ਜਾਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ। ਜਿੱਥੇ ਲਾਲਚੀ ਮਸੂਲੀਆਂ ਦਾ ਪੱਤਣ ਹੈ, ਮਸੂਲੀਏ ਉਹ ਲੋਕ ਜੋ ਕਰ ਦੀ ਵਸੂਲੀ ਕਰਦੇ ਨੇ। ਇਹਨਾਂ ਪੰਕਤੀਆਂ ਦੇ ਵਿੱਚ ਮਸੂਲੀਏ ਉਹ ਜਿਹੜੇ ਇਨਸਾਨ ਦੇ ਕੀਤੇ ਹੋਏ ਮੰਦੇ ਕਰਮਾਂ ਦਾ ਹਿਸਾਬ ਮੰਗਦੇ ਨੇ, ਉਹਨਾਂ ਮੰਦੇ ਕਰਮਾਂ ਦੀ ਸਜ਼ਾ ਦੇ ਰੂਪ ਦੇ ਵਿੱਚ ਉਸ ਇਨਸਾਨ ਨੂੰ ਤਾੜਨਾ ਕਰਦੇ ਨੇ। ਗੁਰੂ ਸਾਹਿਬ ਕਹਿੰਦੇ, ਜਿੱਥੇ ਲਾਲਚੀ ਮਸੂਲੀਆਂ ਦਾ ਪੱਤਣ ਹੈ, ਉਹ ਰਸਤਾ ਸੰਤ ਜਨਾਂ ਤੋਂ ਦੂਰ ਪਰੇ ਰਹਿ ਜਾਂਦਾ ਹੈ। ਉਹ ਰਸਤਾ ਵੀ ਸੰਤ ਜਨਾਂ ਦੇ ਨੇੜੇ ਨਹੀਂ ਆਉਂਦਾ। ਜਹਾਂ ਆਵਟੇ ਬਹੁਤ ਘਨ ਸਾਥ, ਪਾਰ ਬ੍ਰਹਮ ਕੇ ਸੰਗੀ ਸਾਧ। ਜਿਸ ਜੀਵਨ ਸਫਰ ਵਿੱਚ
ਮਾਇਆ ਵਿੱਚ ਗ੍ਰਸੇ ਜੀਵਾਂ ਦੇ ਅਨੇਕਾਂ ਹੀ ਕਾਫਲੇ ਆਪਣੇ ਕੀਤੇ ਹੋਏ ਮੰਦੇ ਕਰਮਾਂ ਦੇ ਕਾਰਨ ਦੁਖੀ ਰਹਿੰਦੇ ਨੇ। ਉਸੇ ਹੀ ਸਫ਼ਰ ਦੇ ਵਿੱਚ ਗੁਰਮੁਖ ਮਨੁੱਖ ਪਰਮਾਤਮਾ ਦੇ ਸਤਸੰਗੀ ਬਣੇ ਰਹਿੰਦੇ ਨੇ। ਉਹਨਾਂ ਨੂੰ ਕੋਈ ਵੀ ਦੁੱਖ ਭੋ ਨਹੀਂ ਸਕਦਾ। ਚਿੱਤਰਗੁਪਤ ਸਭ ਲਿਖਤੇ ਲੇਖਾ, ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ। ਚਿੱਤਰਗੁਪਤ ਮਾਇਆ ਵੇੜੇ ਜੀਵਾਂ ਦੇ, ਉਹ ਜੀਵ ਜੋ ਮਾਇਆ ਵਿੱਚ ਗ੍ਰਸੇ ਹੋਏ ਨੇ, ਉਹਨਾਂ ਦੇ ਕੀਤੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਮੰਗਦੇ ਨੇ। ਪਰ ਜੋ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਨੇ, ਉਹਨਾਂ ਵੱਲ ਚਿੱਤਰਗੁਪਤ ਅੱਖ ਪੁੱਟ ਕੇ ਵੀ ਨਹੀਂ ਵੇਖ ਸਕਦਾ। ਇਸੇ ਵੀਡੀਓ ਦੇ ਵਿੱਚ ਹੀ ਥੋੜਾ ਅੱਗੇ ਚੱਲ ਕੇ ਆਪਾਂ ਜਾਣਾਂਗੇ ਕਿਉਂ ਉਹਨਾਂ ਵੱਲ ਅੱਖ ਪੁੱਟ ਕੇ ਨਹੀਂ ਵੇਖ ਸਕਦਾ। ਕਉ ਨਾਨਕ ਜਿਸ ਸਤਿਗੁਰ ਪੂਰਾ, ਵਾਜੇ ਤਾਂ ਕੈ ਅਨਹਦ ਤੂਰਾ। ਹੇ ਨਾਨਕ, ਆਖ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਦੇ ਹਿਰਦੇ ਵਿੱਚ ਸਦਾ ਪ੍ਰਭੂ ਦੀ ਸਿਫਤ ਸਲਾਹ ਦੇ ਇੱਕ ਰਸ ਵਾਜੇ ਵੱਜਦੇ ਰਹਿੰਦੇ ਨੇ। ਜਦੋਂ ਮਨ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਵਾਜੇ ਵੱਜਦੇ ਰਹਿਣ ਤੇ ਵਿਕਾਰਾਂ ਨੂੰ ਆਪਣਾ ਜ਼ੋਰ ਪਾਉਣ ਦੇ ਲਈ ਸਮਾਂ ਹੀ ਨਹੀਂ ਮਿਲਦਾ, ਜਗ੍ਹਾ ਹੀ ਨਹੀਂ ਮਿਲਦੀ। ਆਸਾ ਮਹਿਲਾ ਪੰਜਵਾਂ, ਦੋਪਦਾ ਇੱਕ। ਸਾਧੂ ਸੰਗ ਸਿਖਾਇਓ ਨਾਮ, ਸਰਬ ਮਨੋਰਥ ਪੂਰਨ ਕਾਮ। ਬੁਝ ਗਈ ਤ੍ਰਿਸ਼ਨਾ ਹਰ ਜਸੈ ਅਕਾਨੇ, ਜਪ ਜਪ ਜੀਵਾਂ ਸਾਰੰਗ ਪਾਨੇ। ਹੇ ਭਾਈ, ਜਿਨ੍ਹਾਂ ਮਨੁੱਖਾਂ ਨੂੰ ਗੁਰੂ ਆਪਣੀ ਸੰਗਤ ਵਿੱਚ ਰੱਖ ਕੇ ਪਰਮਾਤਮਾ ਦਾ ਨਾਮ ਸਿਮਰਨਾ ਸਿਖਾਉਂਦਾ ਹੈ, ਉਹਨਾਂ ਦੇ ਸਾਰੇ ਮਨੋਰਥ, ਸਾਰੇ ਕੰਮ ਸਫਲ ਹੋ ਜਾਂਦੇ ਹਨ। ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਉਹ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਟਿਕ ਕੇ ਮਾਇਆ ਵੱਲੋਂ ਰੱਜੇ ਰਹਿੰਦੇ ਹਨ। ਕਰਨ ਕਰਾਵਣ ਸ਼ਰਨ ਪਰਿਆ, ਗੁਰ ਪ੍ਰਸਾਦ ਸਹਿਜ ਘਰ ਪਾਇਆ। ਮਿਟਿਆ ਅੰਧੇਰਾ ਚੰਦ ਚੜ੍ਹਿਆ ਰਹਾਉ। ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਵੀ ਮਨੁੱਖ ਉਸ ਪਰਮਾਤਮਾ ਦੀ ਸ਼ਰਨ ਪੈ ਜਾਂਦਾ, ਜੋ ਸਭ ਕੁਝ ਕਰਨ ਤੇ ਸਭ ਕੁਝ ਕਰਵਾਉਣ ਦੀ ਤਾਕਤ ਰੱਖਦਾ ਹੈ, ਉਹ ਮਨੁੱਖ ਆਤਮਿਕ ਟਿਕਾਣਾ ਲੱਭ ਲੈਂਦਾ ਹੈ। ਉਹਨੂੰ ਆਤਮਿਕ ਤੌਰ ਤੇ ਅਡੋਲਤਾ ਮਿਲ ਜਾਂਦੀ ਹੈ। ਉਹਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਆਤਮਿਕ ਜੀਵਨ ਦੀ ਰੌਸ਼ਨੀ ਦੇਣ ਵਾਲਾ ਮਨ ਨੂੰ ਚੰਦ ਚੜ੍ਹ ਜਾਂਦਾ ਹੈ। ਲਾਲ ਜਵੇਹਰ ਭਰੇ ਭੰਡਾਰ, ਤੋਟ ਨਾ ਆਵੈ ਜਪ ਨਿਰੰਕਾਰ। ਅੰਮ੍ਰਿਤ ਸ਼ਬਦ ਪੀਵੈ ਜਨ ਕੋਏ, ਨਾਨਕ ਤਾਂ ਕੀ ਪਰਮਗਤ ਹੋਏ। ਹੇ ਨਾਨਕ, ਉੱਚੇ ਆਤਮਿਕ ਜੀਵਨ ਵਾਲੇ ਗੁਣ ਮਨ ਨੂੰ ਹੀਰੇ ਜਵਾਹਰਾਤ ਹਨ। ਪਰਮਾਤਮਾ ਦਾ ਨਾਮ ਜਪ ਕੇ ਮਨੁੱਖ ਦੇ ਅੰਦਰ ਇਹਨਾਂ ਦੇ ਖਜ਼ਾਨੇ ਭਰ ਜਾਂਦੇ ਨੇ। ਅਜਿਹੇ ਆਤਮਿਕ ਜੀਵਨ ਵਾਲੇ ਗੁਣ ਮਨੁੱਖ ਦੇ ਅੰਦਰ ਪੈਦਾ ਹੋ ਜਾਂਦੇ ਨੇ ਤੇ ਉਹਨਾਂ ਦੇ ਵਿੱਚ ਕਦੇ ਫਿਰ ਥੁੜ ਨਹੀਂ ਆਉਂਦੀ। ਗੁਰੂ ਦਾ ਸ਼ਬਦ ਆਤਮਿਕ ਜੀਵਨ ਦੇਣ ਵਾਲਾ ਜਲ ਹੈ। ਜਿਹੜਾ ਵੀ ਮਨੁੱਖ ਇਹ ਨਾਮ ਜਲ ਪੀਂਦਾ ਹੈ, ਉਹਦੀ ਆਤਮਿਕ ਅਵਸਥਾ ਸਭ ਤੋਂ ਉੱਚੀ ਹੋ ਜਾਂਦੀ ਹੈ। ਵੀਡੀਓ ਦੇ ਅਖੀਰ ਵੱਲ ਨੂੰ ਹੁਣ ਗੱਲ ਕਰਦੇ ਹਾਂ ਕਿ ਪਰਮਾਤਮਾ ਦੇ ਜੋ ਭਗਤ ਜਨ ਹਨ, ਉਹਨਾਂ ਦੇ ਕਰਮਾਂ ਦਾ ਲੇਖਾ ਜੋਖਾ ਕਿਉਂ ਨਹੀਂ ਹੁੰਦਾ। ਚਿੱਤਰਗੁਪਤ ਉਹਨਾਂ ਵੱਲ ਅੱਖ ਪੁੱਟ ਕੇ ਕਿਉਂ ਨਹੀਂ ਵੇਖ ਸਕਦਾ। ਜਦੋਂ ਤੁਸੀਂ ਪਰਮਾਤਮਾ ਦੇ ਭਗਤ ਹੋ ਗਏ, ਪਰਮਾਤਮਾ ਤੇ ਪਰਮਾਤਮਾ ਦਾ ਨਾਮ ਤੁਹਾਡੇ ਮਨ ਦੇ ਵਿੱਚ, ਤੁਹਾਡੇ ਹਿਰਦੇ ਦੇ ਵਿੱਚ ਵਸ ਗਿਆ, ਤਾਂ ਤੁਸੀਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਨ ਲੱਗਦੇ ਹੋ। ਤੁਹਾਡੇ ਜੀਵਨ ਦੇ ਵਿੱਚ ਜੋ ਕੁਝ ਵੀ ਹੋਵੇ, ਉਹਨੂੰ ਤੁਸੀਂ ਪਰਮਾਤਮਾ ਦੀ ਰਜ਼ਾ ਸਮਝ ਕੇ ਖਿੜੇ ਮੱਥੇ ਕਬੂਲ ਕਰ ਲੈਂਦੇ ਹੋ। ਦੁਖੀ ਨਹੀਂ ਹੁੰਦੇ, ਤੰਗ ਨਹੀਂ ਹੁੰਦੇ। ਤੇ ਚਿੱਤਰਗੁਪਤ ਜਦੋਂ ਕਰਮਾਂ ਦਾ ਲੇਖਾ ਜੋਖਾ ਕਰਦਾ ਹੈ ਤਾਂ ਉਹਦੇ ਪਿੱਛੇ ਮਨਸ਼ਾ ਹੁੰਦੀ ਹੈ ਕਿ ਜੇ ਇਹਦੇ ਮੰਦੇ ਕਰਮ ਜ਼ਿਆਦਾ ਨਿਕਲੇ ਤੇ ਇਹਨੂੰ ਸਜ਼ਾ ਦੇਵਾਂਗਾ ਤੇ ਇਹ ਤੰਗ ਹੋਏਗਾ, ਦੁਖੀ ਹੋਏਗਾ। ਜਿਸ ਸਜ਼ਾ ਦੇ ਵਿੱਚੋਂ ਸਜ਼ਾ ਹਾਸਲ ਕਰਨ ਵਾਲਾ ਦੁਖੀ ਹੀ ਨਾ ਹੋਵੇ ਤਾਂ ਉਹ ਸਜ਼ਾ ਬੇਮਾਨੇ ਹੋ ਜਾਂਦੀ ਹੈ। ਇਹੀ ਕਾਰਨ ਹੁੰਦਾ ਜਦੋਂ ਕਿਸੇ ਨੂੰ ਕੋਈ ਸਜ਼ਾ ਦਿੱਤੀ ਜਾਂਦੀ ਹੈ, ਉਹਦੇ ਤੇ ਕੋਈ ਤਸ਼ੱਦਦ ਕੀਤੇ ਜਾਂਦੇ ਆ, ਕਿਸੇ ਵੀ ਕਾਰਨ ਕਰਕੇ ਥੋੜਾ ਤਸ਼ੱਦਦ ਕੀਤਾ ਜਾਂਦਾ ਹੈ, ਤੇ ਜੇ ਇੰਜ ਲੱਗੇ ਕਿ ਇਹ ਇਨਸਾਨ ਇੰਨਾ ਦੁਖੀ ਹੋ ਨਹੀਂ ਰਿਹਾ, ਇਹਦੇ ਤੋਂ ਜੋ ਅਸੀਂ ਕਰਵਾਉਣਾ ਚਾਹੁੰਦੇ ਹਾਂ ਇਹ ਉਹ ਕਰ ਨਹੀਂ ਰਿਹਾ, ਉਹਦੇ ਲਈ ਮੰਨ ਨਹੀਂ ਰਿਹਾ, ਤਸ਼ੱਦਦ ਹੋਰ ਵਧਾ ਦਿੱਤਾ ਜਾਂਦਾ ਹੈ ਕਿ ਇਹਨੂੰ ਤਕਲੀਫ ਹੋਵੇ ਤਾਂ ਹੀ ਮੇਰੀ ਗੱਲ ਮੰਨੇ। ਹੋਰ ਵਧਾ ਦਿੱਤਾ ਜਾਂਦਾ ਹੈ, ਇਸ ਹੱਦ ਤੱਕ ਵੀ ਵਧਾ ਦਿੱਤਾ ਜਾਂਦਾ ਹੈ ਕਿ ਆਰਿਆਂ ਦੇ ਨਾਲ ਚੀਰਿਆ ਜਾਂਦਾ ਹੈ, ਦੇਗਾਂ ਦੇ ਵਿੱਚ ਉਬਾਲਿਆ ਜਾਂਦਾ ਹੈ, ਖੋਪੜ ਤੋਂ ਵਾਲ ਉਖਾੜ ਦਿੱਤੇ ਜਾਂਦੇ ਹੈ, ਪਲਾਸਾਂ ਦੇ ਨਾਲ ਨਹੁੰ ਖਿੱਚ ਦਿੱਤੇ ਜਾਂਦੇ ਹੈ, ਤੱਤਾ ਰੇਤਾ ਸਿਰ ਦੇ ਵਿੱਚ ਪਾ ਦਿੱਤਾ ਜਾਂਦਾ ਹੈ।
ਪੂਰੇ ਦਾ ਪੂਰਾ ਪਰਿਵਾਰ ਖਤਮ ਕਰ ਦਿੱਤਾ ਜਾਂਦਾ ਹੈ, ਮਾਰ ਦਿੱਤਾ ਜਾਂਦਾ ਹੈ। ਇਸ ਹੱਦ ਤੱਕ ਦੇ ਵੀ ਤਸ਼ੱਦਦ ਵਧਾ ਦਿੱਤੇ ਜਾਂਦੇ ਹੈ। ਪਰ ਇਹਨਾਂ ਤਸ਼ੱਦਦਾਂ ਦੇ ਬਾਵਜੂਦ ਵੀ ਤਸ਼ੱਦਦ ਕਰਨ ਵਾਲਾ ਤਸ਼ੱਦਦ ਸਹਿਣ ਵਾਲੇ ਤੋਂ ਈਨ ਨਹੀਂ ਮਨਾ ਪਾਉਂਦਾ, ਗੱਲ ਨਹੀਂ ਮਨਾ ਪਾਉਂਦਾ, ਕਿਉਂਕਿ ਤਸ਼ੱਦਦ ਸਹਿਣ ਵਾਲਾ ਪਰਮਾਤਮਾ ਦਾ ਭਗਤ ਸੀ। ਉਹਦੇ ਤੇ ਕਿਸੇ ਵੀ ਤਸ਼ੱਦਦ ਦਾ, ਕਿਸੇ ਵੀ ਸਜ਼ਾ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ, ਨਹੀਂ ਸੀ ਹੋ ਰਿਹਾ। ਉਹਨੂੰ ਤੇ ਉਹ ਸਜ਼ਾ ਵੀ ਪਰਮਾਤਮਾ ਦੀ ਬਖਸ਼ਿਸ਼ ਹੀ ਲੱਗ ਰਹੀ ਸੀ। ਉਹਦੇ ਲਈ ਤੇ ਉਹ ਵੀ ਪਰਮਾਤਮਾ ਦਾ ਭਾਣਾ ਹੀ ਸੀ। ਉਹਦੇ ਮਨ 'ਚ ਤੇ ਇਹ ਗੱਲ ਪੱਕੀ ਸੀ ਕਿ ਪਰਮਾਤਮਾ ਨੇ ਉਹਨੂੰ ਇਹ ਸਹਿਣ ਦੇ ਲਈ ਚੁਣਿਆ, ਤਾਂ ਈਨ ਕਿੱਥੇ ਮੰਨਣੀ ਸੀ ਉਹਨਾਂ ਨੇ। ਸੋ ਜੇਕਰ ਅਸੀਂ ਵਾਪਸ ਚਿੱਤਰਗੁਪਤ ਤੇ ਆਈਏ, ਤੇ ਚਿੱਤਰਗੁਪਤ ਨੇ ਲੇਖਾ ਜੋਖਾ ਕਰਕੇ ਦੇਣੀ ਹੁੰਦੀ ਹੈ ਸਜ਼ਾ, ਤੇ ਸਜ਼ਾ ਉਹਦੇ ਲਈ ਹੀ ਮਾਇਨੇ ਰੱਖਦੀ ਹੈ ਜਿਹਦੇ ਤੇ ਉਸ ਸਜ਼ਾ ਦਾ ਅਸਰ ਹੋਵੇ, ਕਿਉਂਕਿ ਪਰਮਾਤਮਾ ਦੇ ਭਗਤ ਜਨ ਉਸ ਸਜ਼ਾ ਨੂੰ ਵੀ ਪਰਮਾਤਮਾ ਦੀ ਬਖਸ਼ਿਸ਼ ਹੀ ਸਮਝਦੇ ਨੇ। ਇਸ ਕਰਕੇ ਉਸ ਸਜ਼ਾ ਦਾ ਉਹਨਾਂ ਤੇ ਕੋਈ ਅਸਰ ਨਹੀਂ, ਤੇ ਅਸਰ ਨਹੀਂ ਤੇ ਚਿੱਤਰਗੁਪਤ ਵੀ ਮੰਨ ਲੈਂਦਾ ਕਿ ਇਹਨਾਂ ਨੂੰ ਸਜ਼ਾ ਦੇਣ ਦਾ ਕੋਈ ਫਾਇਦਾ ਨਹੀਂ। ਸੋ ਉਮੀਦ ਕਰਦੇ ਹਾਂ ਅੱਜ ਦੇ ਅੰਗ ਦੀ ਬਾਣੀ ਦੇ ਵਿੱਚੋਂ ਇਹ ਇੱਕ ਪ੍ਰਮੁੱਖ ਸਿੱਖਿਆ ਜੋ ਸੀ ਤੁਹਾਨੂੰ ਸਮਝ ਦੇ ਵਿੱਚ ਆ ਗਈ ਹੋਏਗੀ। ਕੋਸ਼ਿਸ਼ ਕਰਿਓ ਕਿ ਇਹਨਾਂ ਸਿੱਖਿਆਵਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਇਹ ਕੁਝ ਅਜਿਹੀਆਂ ਗੱਲਾਂ ਨੇ, ਅਜਿਹੀਆਂ ਸਿੱਖਿਆਵਾਂ ਨੇ ਜੋ ਅਸੀਂ ਮੰਨਦੇ ਹਾਂ ਸਾਡੇ ਜੀਵਨ ਦੇ ਵਿੱਚ, ਇੱਕ ਆਮ ਇਨਸਾਨ ਦੇ ਜੀਵਨ ਦੇ ਵਿੱਚ ਬੜੀਆਂ ਸਹਾਈ ਸਾਬਤ ਹੋ ਸਕਦੀਆਂ ਨੇ। ਇੱਕ ਉਹ ਇਨਸਾਨ ਜੋ ਆਪਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਛੋਟੀ ਛੋਟੀ ਗੱਲ 'ਤੇ ਦੁਖੀ ਹੁੰਦਾ ਰਹਿੰਦਾ, ਤੰਗ ਹੁੰਦਾ ਰਹਿੰਦਾ ਹੈ, ਉਹਨਾਂ ਦੇ ਲਈ ਇਹ ਸਿੱਖਿਆਵਾਂ ਕਾਫੀ ਮਦਦਗਾਰ ਸਹਾਈ ਹੋ ਸਕਦੀਆਂ ਨੇ। ਕੋਸ਼ਿਸ਼ ਕਰਿਓ ਅਜਿਹੇ ਵੱਧ ਤੋਂ ਵੱਧ ਇਨਸਾਨਾਂ ਤੱਕ ਇਹਨਾਂ ਸਿੱਖਿਆਵਾਂ ਨੂੰ ਪਹੁੰਚਾਉਣ ਦੀ। ਤੇ ਹੁਣ ਇੱਥੇ ਹੀ ਫਤਿਹ ਕਬੂਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।